ਦੇਖਦੀ ਹੈ ਤੇ ਝਪਟ ਮਾਰ ਕੇ ਉਸ ਨੂੰ ਪਕੜ ਕੇ ਖਾ ਜਾਂਦੀ ਹੈ। ਤੇ ਜਦੋਂ ਕਬੂਤਰ ਹੁਣ ਬਿੱਲੀ ਨੂੰ ਦੇਖ ਵੀ ਲੈਂਦਾ ਨਾ ਤੇ ਉਹ ਬਿੱਲੀ ਤੋਂ ਬਚਣ ਦਾ ਯਤਨ ਨਹੀਂ ਕਰਦਾ। ਕਦੇ ਵੀ ਵੇਖੀਏ ਤੇ ਕਬੂਤਰ ਜਦੋਂ ਬਿੱਲੀ ਉਸ ਦੇ ਵੱਲ ਨੂੰ ਆਉਂਦੀ ਹੈ ਤੇ ਕਬੂਤਰ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ ਤੇ ਸਮਝਦਾ ਹੈ ਕਿ ਖਰੇ ਬਿੱਲੀ ਦਾ ਡਰ ਜਿਹੜਾ ਉਹ ਖਤਮ ਹੋ ਗਿਆ, ਬਿੱਲੀ ਜਿਹੜੀ ਉਹ ਭੱਜ ਜਾਵੇ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਕਬੂਤਰ ਅੱਖਾਂ ਬੰਦ ਕਰ ਲੈਂਦੇ, ਪਰ ਜਿਹੜਾ ਖਤਰਾ, ਜਿਹੜਾ ਡਰ ਹੈ ਉਸ ਦਾ ਖਤਮ ਨਹੀਂ ਹੋਇਆ। ਖਤਰਾ ਉਸਦੇ ਸਿਰ ਤੇ ਅਜੇ ਵੀ ਹੈ। ਇਵੇਂ ਹੀ ਕੁਝ ਇਨਸਾਨ ਜਿਹੜੇ ਇਸ ਜ਼ਿੰਦਗੀ ਦੇ ਅੰਦਰ ਆਉਂਦੇ ਨੇ, ਉਹ ਜਦੋਂ ਇਹਨਾਂ ਦੁੱਖਾਂ ਨੂੰ, ਵਿਘਨਾਂ ਨੂੰ, ਇਹ ਸੰਸਾਰ ਨੂੰ ਜਦੋਂ ਦੇਖਦੇ ਹਨ ਨਾ, ਇਸ ਵਿੱਚ ਵਿਚਰਦੇ ਨੇ ਤੇ ਉਹਨਾਂ ਦੀ ਵੀ ਬਿਰਤੀ ਜਿਹੜੀ ਹੈ ਉਹ ਕਬੂਤਰ ਵਰਗੀ ਹੋ ਜਾਂਦੀ ਹੈ। ਉਹ ਆਪਣਾ ਇਸ ਸੰਸਾਰ ਦੇ ਦੁੱਖਾਂ ਤੋਂ, ਜਿਹੜੇ ਜਨਮ ਦੇ ਵਿਛੋੜੇ ਦੇ ਸਾਨੂੰ ਕਈ ਜਨਮ ਜਿਹੜੇ ਅਸੀਂ ਉਹ ਪਰਮਾਤਮਾ ਨੂੰ ਵਿਛੜੇ ਹੋਏ ਹਾਂ ਤੇ ਸਾਨੂੰ ਇਹ ਮਨੁੱਖਾਂ ਦੀ ਮਿਲੀ ਹੈ, ਇਹ ਵੱਡਾ ਭਾਗਾ ਸਮਾਂ ਮਿਲਿਆ ਕਿ ਰੱਬ ਨੂੰ ਮਿਲ ਲਈਏ। ਤੇ ਉਸ ਸਮੇਂ ਫਿਰ ਉਹ ਵੀ ਇਨਸਾਨ ਕਬੂਤਰ ਵਰਗੀ ਬਿਰਤੀ ਬਣਾ ਲੈਂਦੇ ਨੇ ਤੇ ਆਪਣੇ ਇਸ ਸੰਸਾਰ ਦੇ ਸੁੱਖ ਸਹੂਲਤਾਂ ਦੇ ਵਿੱਚ ਐਸੇ ਮਸਤ ਹੁੰਦੇ ਨੇ ਕਿ ਉਹ ਵੀ ਬਸ ਧਿਆਨ ਨਹੀਂ ਦਿੰਦੇ, ਬੇਧਿਆਨੀ 'ਚ ਬੈਠੇ ਨੇ ਕਿ ਖਰੇ ਸਾਡੇ ਸਿਰ ਤੋਂ ਵੀ ਖਤਰਾ ਟਲ ਗਿਆ। ਪਰ ਸਤਿਗੁਰੂ ਜੀ ਆਖਦੇ ਛਿਨ ਛਿਨ ਔਧ ਬਿਹਾਤ ਹੈ, ਊਟੇ ਘਾਟੀਆਂ ਪਾਣੀ। ਇਹ ਜ਼ਿੰਦਗੀ ਦਾ ਇੱਕ ਇੱਕ ਦਿਨ, ਇੱਕ ਇੱਕ ਸਵਾਸ ਜਿਹੜਾ ਇਹ ਖਤਮ ਹੁੰਦਾ ਜਾਂਦਾ ਹੈ ਤੇ ਉਹ ਸਮਾਂ ਬੜੀ ਨਜ਼ਦੀਕ ਆਈ ਜਾ ਰਿਹਾ ਹੈ ਦਿਨ ਸਾਡੇ ਕੀਤੀ ਹੋਏ ਕਰਮਾਂ ਦਾ ਹਿਸਾਬ ਕਿਤਾਬ ਹੋਣਾ, ਸਾਰਾ ਲੇਖਾ ਜੋਖਾ ਹੋਣਾ ਹੈ। ਹੁਣ ਇਸ ਪ੍ਰਕਾਰ ਕੈਸੀ ਬਿਰਤੀ ਬਣਦੀ ਹੈ, ਉਹ ਕੁਝ ਜਿਹੜੇ ਸਤਿਗੁਰੂ ਨੇ ਅੱਜ ਦੇ ਫਰਮਾਨ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੱਸਣਗੇ ਕਿਸ ਢੰਗ ਦੇ ਬਿਰਤੀ ਵਾਲੇ ਲੋਕ ਨੇ ਜਿਹੜੇ ਆਪਦੀ ਜ਼ਿੰਦਗੀ ਦੇ ਅੰਦਰ ਕਬੂਤਰ ਵਰਗੀ ਬਿਰਤੀ ਰੱਖਦੇ ਨੇ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਨੂੰ, ਮਨ ਸੁਰਤੀਆਂ ਨੂੰ ਕਰੀਏ ਇਕਾਗਰ, ਸਤਿਗੁਰੂ ਜੀ ਦੇ ਚਰਨਾਂ 'ਚ ਲਗਾਈਏ ਹਾਜ਼ਰੀ। ਕੋਈ ਵੀ ਰਸਨਾ ਮਾਨੀ ਨਾ ਰਹੇ, ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਅੱਜ ਦਾ ਪਾਵਨ ਜੋ ਸ਼ਬਦ ਹੈ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਵੱਡੇ ਵੱਡੇ ਰਾਜਨ ਹਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ। ਤੇ ਸਤਿਗੁਰੂ ਜੀ ਆਖਦੇ ਨੇ ਇਹ ਦੁਨੀਆ ਦੇ ਉੱਤੇ ਜਿਹੜੇ ਵੱਡੇ ਵੱਡੇ ਰਾਜੇ ਹੋਏ ਨਾ, ਰਾਜਾ ਨਾਮ ਕੀਤਾ ਹੈ ਜਿਹੜਾ ਰੱਜ ਗਿਆ ਹੈ, ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਭੁੱਖ ਨਹੀਂ ਨਾ ਰਹਿ ਗਈ, ਉਸ ਨੂੰ ਕਹਿੰਦੇ ਨੇ ਇਹ ਰਾਜਾ ਹੈ, ਇਹ ਰੱਜਿਆ ਹੋਇਆ ਹੈ। ਪਰ ਸਤਿਗੁਰੂ ਜੀ ਆਖਦੇ ਨੇ ਦੁਨਿਆਵੀ ਲੋਕ ਐਸੇ ਇਹ ਸੁਪਨੇ ਦੀ ਨੀਂਦ ਵਿੱਚ ਮਸਤ ਹੋਏ ਸੁੱਤੇ ਨੇ, ਸੰਸਾਰ ਦੀਆਂ ਸੁੱਖ ਸਹੂਲਤਾਂ ਦੇ ਵਿੱਚ। ਵੱਡੇ ਵੱਡੇ ਜਿਹੜੇ ਰਾਜੇ ਨਾ, ਘੂਮਨ, ਜਿਹੜੇ ਵੱਡੇ ਵੱਡੇ ਸ਼ਾਹੂਕਾਰ ਨੇ, ਧਨਾੜ ਨੇ, ਅਮੀਰ ਲੋਕ ਨੇ, ਕਾਰੋਬਾਰ ਵਾਲੇ, ਜ਼ਮੀਨਦਾਰ, ਜ਼ਮੀਨ ਜਾਇਦਾਦ ਵਾਲੇ, ਜਿਨ੍ਹਾਂ ਦੇ ਕੋਲ ਭੂਮੀ ਬੜੀ ਹੈ, ਬੜੇ ਵੱਡੇ ਵੱਡੇ ਕਾਰੋਬਾਰ ਖੇਤ ਨੇ ਜਿਨ੍ਹਾਂ ਦੇ। ਸਤਿਗੁਰੂ ਜੀ ਆਖਦੇ ਨੇ ਐਸੇ ਜਿਹੜੇ ਬੜੇ ਵੱਡੇ ਧਨਾੜ ਲੋਕ ਆ ਨਾ, ਬੜੇ ਵੱਡੇ ਅਮੀਰ ਲੋਕ, ਜਿਨ੍ਹਾਂ ਕੋਲ ਸਾਰੀਆਂ ਸੁੱਖ ਸਹੂਲਤਾਂ ਨੇ, ਇਹ ਸਤਿਗੁਰੂ ਜੀ ਆਖਦੇ ਨੇ ਇਹਨਾਂ ਦੀ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਕਦੇ ਨਹੀਂ ਹੋਏਗੀ। ਜਿਨ੍ਹਾਂ ਦੇ ਕੋਲ ਇੰਨੀਆਂ ਸੁੱਖ ਸਹੂਲਤਾਂ ਸਾਰੀਆਂ ਨੇ, ਪੈਸਾ ਵੀ ਹੈ, ਧਨ ਦੌਲਤ ਵੀ ਹੈ, ਕਾਰੋਬਾਰ ਵੀ ਇੰਨੇ ਕੁ ਵੱਡੇ ਨੇ, ਪਰ ਉਹਨਾਂ ਦੀ ਤ੍ਰਿਪਤੀ ਜਿਹੜੀ ਹੈ ਨਾ ਉਹ ਨਹੀਂ ਹੁੰਦੀ। ਉਹ ਕਦੇ ਵੀ ਜਿਹੜੇ ਉਹਨਾਂ ਦੇ ਅੰਦਰ ਸੰਤੋਖ ਜਿਹੜਾ ਹੈ ਉਹ ਨਹੀਂ ਆਉਂਦਾ। ਹਮੇਸ਼ਾ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਲਾਲਚ ਦੇ ਵੱਸ ਰਹਿੰਦੀ ਹੈ ਤੇ ਹਮੇਸ਼ਾ ਉਹ ਲਾਲਚ ਦੇ ਅਧੀਨ ਹੋ ਕੇ ਹੋਰ ਤੋਂ ਵੱਧ ਜਿਹੜਾ ਹੈ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਇਸ ਮਾਹੌਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਬੜੇ ਐਸੇ ਵੱਡੇ ਕਾਰੋਬਾਰ ਲੋਕ ਨੇ। ਅੱਜ ਦਾ ਜੋ ਸੰਸਾਰ ਦਾ ਮਾਹੌਲ ਬਣ ਗਿਆ ਹੈ ਨਾ, ਜਿਸ ਮਾਹੌਲ ਦੇ ਅੰਦਰ ਬਸ ਕੇਵਲ ਤੇ ਕੇਵਲ ਮੁੱਖ ਜਿਹੜਾ ਹੈ ਉਹ ਪੈਸਾ ਰੱਖਿਆ ਹੈ। ਪੂੰਜੀਵਾਦੀ ਲੋਕ ਬਣ ਚੁੱਕੇ ਨੇ, ਪੂੰਜੀ ਧਨ ਦੌਲਤ ਬਾਰੇ ਸੋਚਦੇ ਨੇ ਤੇ ਇਵੇਂ ਹੀ ਜਿਹੜੇ ਲੋਕ ਨੇ ਉਹ ਫਿਰ ਲਾਲਚ ਦੇ ਵੱਸ ਹੋ ਕੇ ਅੱਜ ਵੀ ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਫਿਰ ਪੈਸਾ ਕਮਾਉਣ ਵਾਸਤੇ ਕਿਸ ਹਾਲਤਾਂ ਗੁਜ਼ਰ ਜਾਂਦੇ ਨੇ।
ਭਾਵੇਂ ਉਹਨਾਂ ਦੇ ਕੋਲ ਪੈਸੇ ਦੀ ਕੋਈ ਗਿਣਤੀ ਮਿੰਤੀ ਨਹੀਂ ਹੈ, ਬੈਂਕ ਖਾਤੇ ਭਰੇ ਹੋਏ ਨੇ, ਲੱਖਾਂ ਕਰੋੜਾਂ ਰੁਪਈਆ ਉਹ ਟੈਕਸ ਵੀ ਤਾਰੀ ਜਾਂਦੇ ਨੇ ਸਰਕਾਰਾਂ ਨੂੰ, ਕਾਲਾ ਧਨ ਵੀ ਛੁਪਾ ਛੁਪਾ ਕੇ ਰੱਖੀ ਜਾਂਦੇ ਨੇ, ਘਰਾਂ ਦੇ ਘਰ ਭਰੇ ਹੋਏ ਨੇ, ਕਮਰਿਆਂ ਦੇ ਕਮਰੇ ਭਰੇ ਹੋਏ ਨੇ, ਜ਼ਮੀਨਾਂ ਦੇ ਵਿੱਚ ਨੱਪੇ ਪਏ ਨੇ ਪੈਸੇ, ਪਰ ਉਹਨਾਂ ਦੇ ਅੰਦਰ ਦਾ ਸੰਤੋਖ ਹੈ ਨਾ, ਤ੍ਰਿਸ਼ਨਾ ਹੈ, ਉਹ ਨਹੀਂ ਖਤਮ ਹੁੰਦੀ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਇਹਨਾਂ ਦਾ ਸੁਭਾਅ ਕੈਸਾ ਹੈ। ਐਸੇ ਤ੍ਰਿਸ਼ਨਾਲੂ ਲੋਕ ਹੈ ਨਾ, ਤ੍ਰਿਸ਼ਨਾ ਦੇ ਨਾਲ ਭਰੇ ਹੋਏ, ਉਹਨਾਂ ਦਾ ਤੇ ਅੱਗ ਦਾ ਸੁਭਾਅ ਇੱਕ ਤਰ੍ਹਾਂ ਦਾ ਹੈ। ਸਤਿਗੁਰੂ ਜੀ ਆਖਦੇ ਜੋ ਪਾਵਕ ਈਦਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਤੇ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਐਸੇ ਲੋਕ ਹਨ ਨਾ, ਇਹਨਾਂ ਦੀ ਬਿਰਤੀ ਐਸੀ ਹੈ ਜਿਸ ਤਰ੍ਹਾਂ ਦੀ ਅੱਗ ਦੀ ਜਿਹੜੀ ਇਹ ਬਿਰਤੀ ਹੁੰਦੀ ਹੈ। ਤੇ ਇਹ ਲੋਕ ਐਸਾ ਕਰਦੇ ਕਿਉਂ ਨਹੀਂ, ਇਹਨਾਂ ਦੀ ਬਿਰਤੀ ਐਸੀ ਬਣਦੀ ਕਿਉਂ ਹੈ, ਇਹਨਾਂ ਦੇ ਅੰਦਰ ਸੰਤੋਖ ਜਿਹੜੀ ਤ੍ਰਿਸ਼ਨਾ ਹੈ ਉਹ ਖਤਮ ਕਿਉਂ ਨਹੀਂ ਹੁੰਦੀ। ਇਹ ਸਤਿਗੁਰੂ ਜੀ ਆਖਦੇ ਲਵਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਕਿਉਂਕਿ ਇਹ ਜਿਹੜੇ ਹੈ ਨਾ, ਇਹ ਮਾਇਆ ਦੇ ਵਿੱਚ ਮਸਤ ਹੋਏ ਨੇ। ਮਾਇਆ ਕੀ ਹੈ? ਜਿਹੜੀ ਵੀ ਉਹ ਚੀਜ਼ ਉਹ ਪਰਮਾਤਮਾ ਨੂੰ ਦੂਰ ਕਰਦੀ ਹੈ। ਪਰਮਾਤਮਾ ਇੱਕ ਹੈ, ਉਸੇ ਪਰਮਾਤਮਾ ਦਾ ਰੂਪ ਜਿਹੜਾ ਹੈ ਨਾ, 3 ਗੁਣ ਨੇ, ਜਿਨ੍ਹਾਂ ਨੂੰ ਰਜੋ ਤਮੋ ਤੇ ਸਤੋ ਗੁਣ ਕਿਹਾ ਜਾਂਦਾ ਹੈ। ਸਤੋ ਗੁਣ ਹੈ ਸੱਚ, ਤੇ ਸੱਚ ਕੌਣ ਹੈ? ਉਹ ਪਰਮਾਤਮਾ, ਜਿਸ ਦੇ ਵਿੱਚ ਸਭ ਤੋਂ ਵੱਧ ਸਤੋ ਗੁਣ ਹੈ ਨਾ, ਉਹ ਪਰਮਾਤਮਾ ਹੈ। ਤੇ ਜਿਹਦੇ ਵਿੱਚ ਰਜੋ ਗੁਣ ਸਭ ਤੋਂ ਵੱਧ ਹੈ, ਉਹ ਫਿਰ ਮਨੁੱਖ ਬਣ ਗਿਆ। ਉਹ ਮਨੁੱਖ ਦਾ ਇਹ ਸਰੀਰ ਜਿਹੜਾ ਹੈ, ਰੂਪ ਪਰਮਾਤਮਾ ਦਾ, ਅੰਸ਼ ਪਰਮਾਤਮਾ ਦੀ ਹੈ, ਪਰ ਉਸ ਦੇ ਵਿੱਚੋਂ ਜਿਹੜੇ ਭਾਗ ਦੇ ਅੰਦਰ, ਜਿਹੜੇ ਤੱਤ ਦੇ ਅੰਦਰ ਜ਼ਿਆਦਾ ਰਜੋਗੁਣ ਸੀ, ਉਹ ਮਨੁੱਖ ਬਣ ਗਿਆ। ਤੇ ਇਵੇਂ ਜਿਹਦੇ 'ਚ ਤਮਾ ਜ਼ਿਆਦੀ ਸੀ, ਉਹ ਫਿਰ ਮਾਇਆ ਬਣ ਗਈ। ਉਹ ਮਾਇਆ ਜਿਹੜੀ ਹੈ ਰੂਪ ਦੇ ਪਰਮਾਤਮਾ ਦਾ ਹੈ, ਅਧੀਨ ਪਰਮਾਤਮਾ ਦੀ ਹੈ, ਆਈ ਪਰਮਾਤਮਾ ਤੋਂ ਹੀ ਹੈ, ਪੈਦਾ ਪਰਮਾਤਮਾ ਨੇ ਕੀਤੀ ਹੈ, ਪਰ ਉਹਦਾ ਸੁਭਾਅ ਜਿਹੜਾ ਹੈ ਨਾ, ਗੁਣ ਜਿਹੜਾ ਹੈ, ਉਹਦੇ ਅੰਦਰ ਤਮੋ ਗੁਣ ਜ਼ਿਆਦਾ ਹੈ, ਜਿਹਦੇ ਕਾਰਨ ਉਹ ਆਪਣਾ ਜਦੋਂ ਪ੍ਰਭਾਵ ਪਾਉਂਦੀ ਹੈ ਨਾ ਮਾਇਆ, ਤੇ ਫਿਰ ਜਿਹੜੇ ਵੀ ਮਨੁੱਖ ਉਸ ਮਾਇਆ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ। ਤੇ ਸਤਿਗੁਰੂ ਜੀ ਆਖਦੇ ਨੇ ਮਾਇਆ ਰੰਗ ਮਾਤੇ, ਫਿਰ ਉਹ ਮਾਇਆ ਦੇ ਵਿੱਚ ਮਸਤ ਹੋਏ ਬੰਦੇ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਸਾਰਾ ਕੁਝ ਵੇਖੀ ਵੀ ਜਾਂਦੇ ਨੇ, ਪਰ ਉਹਨਾਂ ਨੂੰ ਸੋਝੀ ਜਿਹੜੀ ਹੈ ਨਾ, ਉਹ ਨਹੀਂ ਆਉਂਦੀ। ਮਾਇਆ ਉਹਨਾਂ ਦੀ ਮੱਤ ਤੇ ਪਰਦਾ ਐਸਾ ਪਾਉਂਦੀ ਹੈ, ਇਹਨਾਂ ਅੱਖਾਂ ਦੇ ਨਾਲ ਸਾਰਾ ਸੰਸਾਰ ਦੇਖਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਬਾਣੀ ਦੇ ਅੰਦਰ ਕਿ ਆਪਦੇ ਵੱਲ ਝਾਤ ਮਾਰ ਕੇ ਦੇਖੀਏ, ਸਾਡੇ ਵੱਡੇ ਵਡੇਰੇ ਕਿੰਨੇ, ਸਾਡੇ ਆਂਢੀ ਗੁਆਂਢੀ, ਸਾਡੇ ਰਿਸ਼ਤੇਦਾਰ, ਸਾਕ ਸੰਬੰਧੀ, ਦੋਸਤ ਮਿੱਤਰ, ਸਾਰੇ ਇਹ ਦੁਨੀਆ ਤੋਂ ਤੁਰੇ ਜਾਂਦੇ ਨੇ ਇੱਕ ਇੱਕ ਕਰਕੇ, ਤੇ ਸਾਰਿਆਂ ਨੇ ਤੁਰੇ ਜਾਣਾ, ਇੱਕ ਦਿਨ ਸਾਡੀ ਵੀ ਵਾਰੀ ਆ ਜਾਣੀ ਹੈ, ਪਰ ਬੰਦਾ ਫੇਰ ਵੀ ਨਹੀਂ ਸਮਝਦਾ, ਸੋਝੀ ਫੇਰ ਨਹੀਂ ਬੰਦੇ ਨੂੰ ਆਉਂਦੀ, ਲਾਲਚ ਫੇਰ ਵੀ ਕਰੀ ਜਾਂਦਾ, ਬੇਈਮਾਨੀਆਂ ਫੇਰ ਵੀ ਕਰੀ ਜਾਂਦਾ ਹੈ। ਇਸ ਨੂੰ ਅੱਖਾਂ ਦੇ ਨਾਲ ਦੇਖਦਾ ਵੀ ਹੈ ਕਿ ਗੁਰੂ ਦੀ ਸੰਗਤ ਵਿੱਚ ਵੀ ਆ ਜਾਂਦਾ ਹੈ। ਇਹ ਸਤਿਗੁਰੂ ਜੀ ਆਖਦੇ ਨੇ ਫੇਰ ਵੀ ਜਿਹੜਾ ਮਾਇਆ ਦੇ ਅਧੀਨ ਹੈ ਨਾ, ਜਿਹੜਾ ਮਾਇਆ ਦੇ ਵਿੱਚ ਮਸਤ ਹੈ, ਤੇ ਸਤਿਗੁਰੂ ਜੀ ਆਖਦੇ ਨੇ ਭਾਵੇਂ ਉਹ ਇਹਨਾਂ ਅੱਖਾਂ ਦੇ ਨਾਲ ਇਹ ਸਾਰਾ ਕੁਝ ਸੰਸਾਰ ਦੀ ਚੀਜ਼ਾਂ ਨੂੰ ਵੇਖੀ ਵੀ ਜਾ ਰਿਹਾ ਹੈ, ਪਰ ਉਹ ਇਹਨਾਂ ਅੱਖਾਂ ਦੇ ਨਾਲ ਵੇਖਦਿਆਂ ਹੋਇਆਂ ਵੀ ਉਹਨੂੰ ਸੋਝੀ ਜਿਹੜੀ ਹੈ ਸਮਝ ਨਹੀਂ ਆਉਂਦੀ। ਇਸ ਵਾਸਤੇ ਜਿਹੜੇ ਇਹ ਵੱਡੇ ਵੱਡੇ ਲੋਕ ਨਾ, ਇਹਨਾਂ ਦੀ ਮੱਤ ਉੱਤੇ ਵੀ ਮਾਇਆ ਦਾ ਐਸਾ ਪਰਦਾ ਪਿਆ ਹੈ, ਮਾਇਆ ਦੀ ਲਪੇਟ ਦੇ ਵਿੱਚ ਆਏ ਹੋਏ ਨੇ। ਤੇ ਜਿਹੜੇ ਸਾਧ ਸੰਗਤ ਜੀ ਇਸ ਮਾਇਆ ਦੀ ਲਪੇਟ ਦੇ ਵਿੱਚੋਂ ਬਚ ਜਾਂਦੇ ਆ ਨਾ, ਫਿਰ ਉਹ ਭਾਵੇਂ ਜਿੱਡਾ ਮਰਜ਼ੀ ਅਮੀਰ ਹੈ, ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਨੇ, ਭਾਵੇਂ ਸੋਨੇ ਦੇ ਬਰਤਨਾਂ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਛਕਣ ਵਾਲਾ ਹੈ, 36 ਪ੍ਰਕਾਰ ਦੇ ਜਿਹੜੇ ਭੰਡਾਰੇ ਨੇ ਉਹਦੇ ਘਰ ਦੇ ਅੰਦਰ ਤਿਆਰ ਹੁੰਦੇ ਨੇ, ਇੰਨਾ ਵੱਡਾ ਅਮੀਰ ਹੋਣ ਦੇ ਬਾਵਜੂਦ ਵੀ ਸਤਿਗੁਰੂ ਜੀ ਆਖਦੇ ਨੇ ਜਿਸ ਦੇ ਕੋਲ ਸੋਝੀ ਹੈ ਨਾ, ਸਮਝ ਹੈ, ਉਹ ਫਿਰ ਜਿੱਡਾ ਮਰਜ਼ੀ ਅਮੀਰ ਹੋਵੇ, ਫਿਰ ਵੀ ਉਹ ਜਿਹਨੂੰ ਸਮਝ ਆ ਗਈ, ਜਿਹੜਾ ਮਾਇਆ ਦੀ ਲਪੇਟ ਦੇ ਵਿੱਚੋਂ ਬਚ ਗਿਆ ਨਾ, ਉਹਦੀ ਅਮੀਰੀ ਵੀ ਜਿਹੜੀ ਹੈ ਉਹ ਵੀ ਪੂਜਨਯੋਗ ਹੈ। ਫਿਰ ਐਸੇ ਬੰਦੇ ਉਹ ਭਾਵੇਂ ਅਮੀਰ ਹੋਣ ਭਾਵੇਂ ਗਰੀਬ ਹੋਣ, ਜਿਨ੍ਹਾਂ ਮਾਇਆ ਦੀ ਲਪੇਟ ਤੋਂ ਬਚ ਗਿਆ ਹੈ, ਆਪਣੀਆਂ ਇਹਨਾਂ ਅੱਖਾਂ ਦੇ ਨਾਲ ਵੇਖ ਕੇ ਜਿਹਨੇ ਸੋਝੀ ਕਰ ਲਈ ਹੈ, ਉਸਨੇ ਮਿਹਨਤ ਕੀਤੀ, ਮਸ਼ੱਕਤ ਘਾਲਣਾ ਘਾਲ ਕੇ ਆਪਣੇ ਵੱਡੇ ਕਾਰੋਬਾਰ ਪਾਏ, ਹੱਕ ਸਾਜੀ ਮਿਹਨਤ ਕਰਕੇ, ਕਮਾਈ ਕਰਕੇ, ਭਾਵੇਂ ਜਿੰਨਾ ਮਰਜ਼ੀ ਧਨ ਦੌਲਤ ਕਮਾਇਆ, ਪਰ ਜੇ ਮਨ ਅੰਦਰੋਂ ਲਾਲਚ ਖਤਮ ਹੋ ਗਿਆ ਹੈ, ਬੇਈਮਾਨੀ ਦੀ ਭਾਵਨਾ ਖਤਮ ਹੋ ਗਈ ਹੈ,
ਤੇ ਸਤਿਗੁਰੂ ਜੀ ਆਖਦੇ ਐਸੇ ਲੋਕ ਜਿਹੜੇ ਨੇ ਫਿਰ ਪ੍ਰਵਾਨ ਹੋ ਜਾਂਦੇ ਨੇ, ਫਿਰ ਐਸੇ ਲੋਕ ਮਾਇਆ ਦੀ ਲਪੇਟ ਤੋਂ ਬਚ ਜਾਂਦੇ ਨੇ। ਤੇ ਸਤਿਗੁਰੂ ਜੀ ਅੱਗੇ ਵਾਸੀ ਕਰਦੇ ਨੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਵਿਖਿਆ ਜਿਹੜੀ ਜ਼ਹਿਰ ਰੂਪੀ ਹੈ ਨਾ, ਜ਼ਹਿਰ ਦੇ ਨਾਲ ਕੋਈ ਬੰਦਾ ਬਚਿਆ ਨਹੀਂ। ਤੇ ਇਹ ਮਾਇਆ ਜਿਹੜੀ ਹੈ, ਜਿਵੇਂ ਜ਼ਹਿਰ ਸਰੀਰ ਦਾ ਨੁਕਸਾਨ ਕਰਦੀ ਹੈ, ਬੰਦੇ ਦੀ ਮੌਤ ਵੀ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਆਖਦੇ ਨੇ ਇਹ ਜਿਹੜੀ ਮਾਇਆ ਹੈ ਨਾ, ਇਹ ਵੀ ਜ਼ਹਿਰ ਆ, ਜਿਹੜੀ ਬੰਦੇ ਨੂੰ ਖਤਮ ਕਰਦੀ ਜਾ ਰਹੀ ਹੈ। ਜ਼ਹਿਰ ਵੀ ਹੌਲੀ ਹੌਲੀ ਅਸਰ ਕਰਦਾ ਹੈ। ਇੱਕ ਦਿਨ ਬੰਦੇ ਦਾ ਸਰੀਰ ਅੰਦਰੋਂ ਖੋਖਲਾ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਐਸਾ ਹੀ ਇਹ ਮਾਇਆ ਦਾ ਪ੍ਰਭਾਵ ਹੈ। ਪਰ ਸਤਿਗੁਰੂ ਜੀ ਆਖਦੇ ਨੇ ਇਹ ਵਿਖਿਆ, ਇਹ ਜ਼ਹਿਰ ਰੂਪੀ ਮਾਇਆ ਜਿਹੜੀ ਹੈ ਨਾ, ਇਹ ਧਨ ਦੌਲਤ ਇਹਨਾਂ ਸੁੱਖ ਆਰਾਮਾਂ ਨੂੰ ਭੋਗਦਿਆਂ ਹੋਇਆਂ ਕਿਸੇ ਵੀ ਬੰਦੇ ਨੇ ਤ੍ਰਿਪਤੀ ਨਹੀਂ ਪਾਈ। ਕੈਸੀ ਤ੍ਰਿਪਤੀ ਨਹੀਂ ਪਾਈ? ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਤੇ ਸਤਿਗੁਰੂ ਜੀ ਉਦਾਹਰਨ ਦਿੰਦੇ ਨੇ ਅੱਗ ਦੀ ਤੇ ਲੱਕੜਾਂ। ਜਿਹੜੀਆਂ ਲੱਕੜਾਂ, ਜਿਹੜੀ ਅੱਗ ਹੈ ਨਾ, ਜਿੰਨੀਆਂ ਮਰਜ਼ੀ ਅੱਗ ਦੇ ਵਿੱਚ ਲੱਕੜਾਂ ਸੁੱਟੀ ਜਾਓ, ਅੱਗ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ। ਜਿੰਨੇ ਮਰਜ਼ੀ ਉਸ ਦੇ ਕੋਲ ਬਾਲਣ ਆ ਜਾਵੇ, ਅੱਗ ਕਦੇ ਵੀ ਜਿਹੜੀ ਹੈ ਉਹ ਤ੍ਰਿਪਤ ਨਹੀਂ ਹੁੰਦੀ। ਇਵੇਂ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਇਹ ਤ੍ਰਿਸ਼ਨਾਲੂ ਵੱਡੇ ਅਮੀਰ ਲੋਕ ਹਨ, ਜਿਹੜੇ ਮਾਇਆ ਦੀ ਲਪੇਟ ਦੇ ਵਿੱਚ ਆਏ ਨੇ, ਉਹ ਵੀ ਤ੍ਰਿਸ਼ਨਾ ਦੀ ਅੱਗ ਜਿਹੜੀ ਉਹਨਾਂ ਦੇ ਅੰਦਰ ਬਲਦੀ ਹੈ ਨਾ, ਉਹ ਜਿੰਨੀ ਮਰਜ਼ੀ ਮਾਇਆ ਧਨ ਦੌਲਤ ਇਕੱਠੇ ਕਰੀ ਜਾਣ, ਪਰ ਉਹਨਾਂ ਦੀ ਤ੍ਰਿਪਤੀ ਜਿਹੜੀ ਹੈ ਨਾ, ਉਹ ਕਦੇ ਨਹੀਂ ਹੁੰਦੀ। ਕਿਉਂਕਿ ਉਹਨਾਂ ਦੇ ਅੰਦਰ ਵੀ ਤ੍ਰਿਸ਼ਨਾ ਰੂਪੀ ਦੀ ਅੱਗ ਹੈ ਨਾ, ਉਹ ਬਲਦੀ ਪਈ ਹੈ। ਉਹ ਕਿਉਂ ਬੁਝੇਗੀ? ਕਿਵੇਂ ਉਹਨਾਂ ਦੀ ਤ੍ਰਿਪਤੀ ਹੋਵੇਗੀ? ਸਤਿਗੁਰੂ ਜੀ ਆਖਦੇ ਨੇ ਬਿਨ ਹਰ ਕਹਾਂ ਅਗਾਈ। ਹਰੀ ਤੋਂ ਬਗੈਰ ਜਿਵੇਂ ਅੱਗ ਜਿਹੜੀ ਹੈ, ਭਾਵੇਂ ਲੱਕੜਾਂ ਦੀਆਂ ਮਰਜ਼ੀ ਕਰੀ ਜਾਓ, ਉਹ ਕਦੇ ਬੁਝਦੀ ਨਹੀਂ, ਕਦੇ ਉਹਦੀ ਤ੍ਰਿਪਤੀ ਨਹੀਂ ਹੁੰਦੀ। ਪਰ ਜਿਉਂ ਹੀ ਪਾਣੀ ਪੈਂਦਾ ਹੈ ਨਾ, ਪਾਣੀ ਪੈਣ ਦੇ ਨਾਲ ਹੀ ਸਾਰੀ ਅੱਗ ਜਿਹੜੀ ਹੈ ਉੱਥੇ ਬੁਝ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਵੇਂ ਸਤਿਗੁਰੂ ਜੀ ਆਖਦੇ ਤ੍ਰਿਸ਼ਨਾ ਦੀ ਵੀ ਜਿਹੜੀ ਅੱਗ ਬਲਦੀ ਪਈ ਹੈ ਨਾ, ਇਹ ਤ੍ਰਿਸ਼ਨਾ ਦੀ ਅੱਗ ਹੀ ਬੁਝਦੀ ਹੈ ਨਾ ਜੇ ਕਿਸੇ ਚੀਜ਼ ਨਾਲ, ਤੇ ਉਹ ਹੈ ਹਰੀ ਅਕਾਲ ਪੁਰਖ ਪਰਮਾਤਮਾ ਦਾ ਨਾਮ। ਉਹ ਪਰਮਾਤਮਾ ਦੇ ਨਾਮ ਤੋਂ ਬਗੈਰ ਭਾਵੇਂ ਬੰਦਾ ਜਿੰਨਾ ਮਰਜ਼ੀ ਧਨ ਦੌਲਤ ਇਕੱਠਾ ਕਰੀ ਜਾਵੇ, ਉਹਦੀ ਤ੍ਰਿਪਤੀ ਨਹੀਂ ਹੁੰਦੀ। ਜਿਹੜਾ ਇੱਕ ਹੁਸੈਨ ਮੂਸਾ ਨਾਮ ਦਾ ਇੱਕ ਬੜਾ ਵੱਡਾ ਰਾਜਾ ਹੋਇਆ, ਇਤਿਹਾਸ ਦੇ ਅੰਦਰ ਜਿੰਨਾ ਸਾਧ ਸੰਗਤ ਜੀ ਉਹਦੇ ਕੋਲ ਧਨ ਦੌਲਤ ਸੀ ਨਾ, ਬੇਸ਼ੱਕ ਭਾਵੇਂ ਅੱਜ ਜਿੰਨੇ ਮਰਜ਼ੀ ਲੋਕ ਪੈਸਾ ਇਕੱਠੀ ਕਰੀ ਜਾਂਦੇ ਨੇ, ਪਰ ਜਿੰਨੀ ਕਮਾਈ, ਜਿੰਨਾ ਧਨ ਦੌਲਤ ਉਸ ਬੰਦੇ ਨੇ ਇਕੱਠਾ ਕਰ ਲਿਆ ਸੀ ਨਾ, ਉਹਨਾਂ ਧਨ ਦੌਲਤ ਅੱਜ ਤੱਕ ਕਿਸੇ ਬੰਦੇ ਦੇ ਕੋਲ ਨਹੀਂ ਅਜੇ ਆਇਆ। ਉਹਦੀ ਵੀ ਜਿਹੜੀ ਤ੍ਰਿਪਤੀ ਸੀ ਨਾ, ਨਹੀਂ ਹੁੰਦੀ ਸੀ। ਕਬਰਾਂ ਦੇ ਵਿੱਚੋਂ ਵੀ ਜਿਹੜਾ ਧਨ ਦੌਲਤ ਕਢਾ ਲਿਆ ਉਸਨੇ, ਜਿਹੜੇ ਕਬਰ ਦੇ ਵਿੱਚ ਜਦੋਂ ਮਰੇ ਹੋਏ ਬੰਦੇ ਨੂੰ ਪਾਇਆ ਜਾਂਦਾ ਹੈ, ਤੇ ਉਸ ਸਮੇਂ ਇੱਕ ਸਿੱਕਾ ਜਿਹੜਾ ਹੈ ਨਾ, ਉਹ ਪਰਿਵਾਰ ਵੱਲੋਂ ਉਸ ਮਰੇ ਹੋਏ ਇਨਸਾਨ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ। ਉਹ ਕਬਰਾਂ ਦੇ ਵਿੱਚੋਂ ਵੀ ਪੈਸੇ ਕਢਾ ਲਏ, ਤੇ ਐਡੇ ਐਡੇ ਤਗੜੇ ਢੇਰ ਉਹਦੇ ਕੋਲ ਧਨ ਦੌਲਤ ਦੇ ਹੋ ਗਏ। ਉਸ ਦੇਸ਼ ਦੇ ਵਿੱਚ, ਸ਼ਹਿਰ ਦੇ ਵਿੱਚ ਕਿਸੇ ਵੀ ਬੰਦੇ ਦੇ ਕੋਲ ਇੱਕ ਵੀ ਪੈਸਾ ਤੱਕ ਨਹੀਂ ਰਹਿ ਗਿਆ। ਤੇ ਉਸ ਨੂੰ ਵੀ ਸੋਝੀ ਕਦੋਂ ਆਈ? ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸਦੇ ਕੋਲ ਜਾਂਦੇ ਨੇ, ਜਾ ਕੇ ਉਸਨੂੰ ਗਿਆਨ ਦਿੰਦੇ ਨੇ, ਸਮਝ ਆਉਂਦੀ ਹੈ। ਇਸ ਤਰ੍ਹਾਂ ਐਸੇ ਲੋਕ ਹੋਏ ਨੇ ਜਿਨ੍ਹਾਂ ਨੇ ਇੰਨਾ ਧਨ ਦੌਲਤ ਵੀ ਇਕੱਠਾ ਕਰ ਲਿਆ, ਪਰ ਤ੍ਰਿਪਤੀ ਕਦੋਂ ਹੋਈ? ਜਦੋਂ ਉਹਨਾਂ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ ਹੈ, ਹਰੀ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਫਿਰ ਇਹਨਾਂ ਅੱਖਾਂ ਦੇ ਨਾਲ ਤੇ ਇਹ ਸੰਸਾਰ ਜਿਹੜਾ ਬੰਦਾ ਦੇਖਦਾ ਹੈ, ਪਰ ਸੋਝੀ ਨਹੀਂ ਆਉਂਦੀ। ਫਿਰ ਅੰਦਰੂਨੀ ਅੱਖਾਂ ਜਿਹੜੀਆਂ ਨਾ, ਜਿਹਨੂੰ ਅਸੀਂ ਦਸਮ ਦਵਾਰ ਆਖਦੇ ਹਾਂ, ਜਿਸ ਨੂੰ ਅਸੀਂ ਜਿਹੜਾ ਉਹ ਪਰਮਾਤਮਾ ਦੀ ਐਸੀ ਬਖਸ਼ਿਸ਼ ਕਲਾ ਵਰਤਦੀ ਹੈ, ਜਿਹਦੇ ਨਾਲ ਸਾਨੂੰ ਗਿਆਨ ਹੁੰਦਾ ਹੈ, ਸਮਝ ਆਉਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ, ਤਾਂ ਕਿ ਮਿਟੇ ਨਾ ਭੁੱਖਾ। ਤੇ ਦਿਨ ਦਿਨ ਰਾਤ ਦਿਨ ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਸਤਿਗੁਰੂ ਜੀ ਆਖਦੇ ਨੇ ਇੰਨੇ ਕੁ ਉਦੋਂ ਸਵਾਦਿਸ਼ਟ ਜਿਹੜੇ ਭੋਜਨ ਮਸਾਲਿਆਂ ਵਾਲੇ ਖਾਂਦਾ ਹੈ, ਬੜੇ ਚਾਅ ਦੇ ਨਾਲ ਇਹ ਪ੍ਰਸ਼ਾਦਾ ਪਾਣੀ ਸਾਰਾ ਦਿਨ ਛਕੀ ਜਾਂਦਾ ਹੈ। 36 ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਨੇ, ਪਰ ਸਤਿਗੁਰੂ ਜੀ ਆਖਦੇ ਨੇ ਜਿਸ ਢੰਗ ਦੇ ਨਾਲ ਇਹ ਪੇਟ ਜਿਹੜਾ ਹੈ ਨਾ, ਇਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਅੱਜ ਜੇ ਪ੍ਰਸ਼ਾਦਾ ਛਕ ਲੈ, ਜਿੰਨਾ ਮਰਜ਼ੀ ਬੰਦਾ ਰੱਜ ਕੇ ਜਿੰਨੇ ਮਰਜ਼ੀ ਤਰ੍ਹਾਂ ਤਰ੍ਹਾਂ ਦੇ ਭੋਜਨ ਛਕ ਲਵੇ, ਕੱਲ੍ਹ ਨੂੰ ਇਸ ਨੂੰ ਫਿਰ ਭੁੱਖ ਲੱਗੇ, ਕੱਲ੍ਹ ਨੂੰ ਫਿਰ ਇਸ ਨੂੰ ਜਿਹੜਾ ਹੈ ਉਹ ਪ੍ਰਸ਼ਾਦਾ ਪਾਣੀ ਛਕਣਾ ਪਵੇਗਾ, ਰੋਟੀ ਖਾ ਪੇਟ ਦੇ ਅੰਦਰ ਜਾਵੇਗੀ, ਫਿਰ ਇਹਦੀ ਭੁੱਖ ਮਿਟੇਗੀ।
ਇਵੇਂ ਸਤਿਗੁਰੂ ਜੀ ਆਖਦੇ ਨੇ ਜਿਵੇਂ ਇਹ ਪੇਟ ਜਿਹੜਾ ਹੈ ਇਸ ਦੀ ਹਰ ਰੋਜ਼ ਜ਼ਰੂਰਤ ਹੈ, ਤੇ ਅੱਗੇ ਸਤਿਗੁਰੂ ਜੀ ਬਖਸ਼ੀ ਕਰਦੇ ਨੇ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਭੁੱਖਾ। ਤੇ ਜਿਹੜਾ ਸਵਾਨ ਹੁੰਦਾ ਹੈ ਕੁੱਤਾ, ਤੇ ਕੁੱਤੇ ਦਾ ਸੁਭਾਅ ਕੈਸਾ ਹੁੰਦਾ ਹੈ, ਕੁੱਤੇ ਦੇ ਕੋਲ ਕੋਈ ਹੱਡੀ ਆ ਜਾਵੇ ਹੈ ਨਾ, ਕਿਸੇ ਪਸ਼ੂ ਦੀ ਕਿਸੇ ਜਾਨਵਰ ਦੀ, ਭਾਵੇਂ ਉਸ ਹੱਡੀ ਤੋਂ ਮਾਸ ਸਾਰਾ ਸੁੱਕ ਗਿਆ ਹੈ, ਪਰ ਜਦੋਂ ਹੱਡੀ ਦੇ ਵਿੱਚੋਂ ਮਹਿਕ ਆਉਂਦੀ ਹੈ ਉਸ ਹੱਡੀ ਨੂੰ ਮੂੰਹ ਦੇ ਵਿੱਚ ਚਬਾਉਂਦਾ ਹੈ, ਮੂੰਹ ਦੇ ਵਿੱਚ ਪਾ ਕੇ ਆਪਣੇ ਦੰਦਾਂ ਦੇ ਨਾਲ ਖਰੋਚ ਖਰੋਚ ਕੇ ਜਦੋਂ ਉਸ ਹੱਡੀ ਨੂੰ ਖਾਂਦਾ ਹੈ ਨਾ, ਤੇ ਉਹ ਹੱਡੀ ਦੇ ਖਾਣ ਦੇ ਨਾਲ ਉਸ ਦੇ ਮੂੰਹ ਦੇ ਵਿੱਚ ਹੱਡੀ ਵੱਜ ਵੱਜ ਕੇ ਜ਼ਖਮ ਹੋ ਜਾਂਦੇ ਨੇ। ਉਹ ਜਿਹੜਾ ਖੂਨ ਹੈ ਉਸ ਦਾ ਆਪਣਾ ਹੀ ਮੂੰਹ ਦੇ ਵਿੱਚ ਆਈ ਜਾਂਦਾ ਹੈ, ਉਹ ਹੱਡੀ ਦੇ ਦੰਦੀਆਂ ਵੱਢੀ ਜਾਂਦਾ ਹੈ, ਖੂਨ ਮੂੰਹ ਦੇ ਵਿੱਚੋਂ ਨਿਕਲੀ ਜਾਂਦਾ ਹੈ ਤੇ ਖੂਨ ਦਾ ਸਵਾਦ ਲਈ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਕੁੱਤਾ ਹੈ ਨਾ, ਸਵਾਨ ਜਿਹੜਾ ਹੈ, ਉਹ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਘੁੰਮਦਾ ਫਿਰਦਾ, ਜਦੋਂ ਹੀ ਉਸਨੂੰ ਹੱਡੀ ਨਸੀਬ ਹੁੰਦੀ ਹੈ ਉਸੇ ਹੱਡੀ ਨੂੰ ਦੰਦੀਆਂ ਵੱਢ ਵੱਢ ਕੇ ਆਪਣੇ ਖੂਨ ਨੂੰ ਚੂਸੀ ਜਾਂਦਾ ਹੈ, ਤੇ ਸਮਝਦਾ ਹੈ ਦੁੱਖ ਵੀ ਭੋਗੀ ਜਾਂਦਾ ਹੈ, ਮੂੰਹ ਦੇ ਵਿੱਚੋਂ ਖੂਨ ਵੀ ਨਿਕਲੀ ਜਾਂਦਾ ਹੈ, ਦਰਦ ਵੀ ਹੋਈ ਜਾਂਦੀ ਹੈ, ਪਰ ਉਸ ਦਰਦ ਨੂੰ ਛੱਡ ਕੇ ਉਹਦੇ ਮਨ ਅੰਦਰ ਲਾਲਚ ਕੀ ਹੁੰਦਾ ਹੈ ਕਿ ਮੈਂ ਇਸ ਹੱਡੀ ਨੂੰ ਖਾ ਲਵਾਂ, ਇਹ ਹੱਡੀ ਜਿਹੜੀ ਮੈਂ ਛੱਡਣੀ ਨਹੀਂ। ਜਿਹੜੇ ਤ੍ਰਿਸ਼ਨਾਲੂ ਲੋਕ ਹੁੰਦੇ ਆ ਨਾ, ਇਹਨਾਂ ਦਾ ਸੁਭਾਅ ਵੀ ਸਤਿਗੁਰੂ ਜੀ ਆਖਦੇ ਨੇ ਐਸਾ ਹੀ ਹੁੰਦਾ ਹੈ। ਇਹਨਾਂ ਦੇ ਅੰਦਰ ਵੀ ਮਾਇਆ ਦਾ ਐਸਾ ਜਿਹੜਾ ਆਨੰਦ ਰਸ ਚੂਸਦਾ ਹੈ, ਐਸਾ ਆਉਂਦਾ ਹੈ, ਐਸੇ ਇਹ ਮਸਤ ਹੁੰਦੇ ਨੇ ਇਸ ਮਾਇਆ ਦੇ ਵਿੱਚ ਕਿ ਦੁੱਖ ਵੀ ਭੋਗੀ ਜਾਂਦੇ ਨੇ। ਜਿਸ ਗ੍ਰੇ ਥੋੜੀ ਤਿਸ ਗ੍ਰੇ ਚਿੰਤਾ, ਜਿਸ ਗ੍ਰੇ ਥੋੜੀ ਸੋ ਫਿਰੇ ਭਰਮੰਤਾ, ਜਿਸ ਗ੍ਰੇ ਬਹੁਤੀ ਤਿਸ ਗ੍ਰੇ ਚਿੰਤਾ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਜਿਹੜੇ ਘਰ ਦੇ ਅੰਦਰ ਤੇ ਬੜਾ ਧਨ ਦੌਲਤ ਹੈ ਨਾ, ਉਹ ਬੰਦੇ ਤੇ ਹਮੇਸ਼ਾ ਚਿੰਤਾ ਦੇ ਵਿੱਚ ਵੀ ਰਹਿੰਦਾ ਹੈ ਕਿ ਕਿਤੇ ਕੋਈ ਚੋਰੀ ਨਾ ਕਰ ਲਵੇ, ਇਸ ਨੂੰ ਮੈਂ ਸਾਂਭਾਂ ਕਿਵੇਂ। ਤੇ ਇਵੇਂ ਜਿਹੜੇ ਐਸੇ ਲੋਕ ਹਨ ਨਾ, ਉਹਨਾਂ ਦਾ ਸੁਭਾਅ ਵੀ ਕੁੱਤੇ ਵਰਗਾ ਹੁੰਦਾ ਹੈ, ਦੁੱਖ ਵੀ ਭੋਗੀ ਜਾਂਦੇ ਨੇ, ਚਿੰਤਾ ਵੀ ਕਰੀ ਜਾਂਦੇ ਨੇ, ਦੁੱਖ ਵੀ ਉਹਨਾਂ ਨੂੰ ਜਿਹੜੇ ਨੇ ਪ੍ਰਾਪਤ ਹੋਈ ਜਾਂਦੇ ਨੇ, ਪਰ ਫਿਰ ਵੀ ਉਹ ਜਿਹੜਾ ਹੈ ਨਾ, ਜਿਵੇਂ ਕੁੱਤਾ ਨਹੀਂ ਹੱਡੀ ਛੱਡਦਾ, ਇਵੇਂ ਐਸੇ ਤ੍ਰਿਸ਼ਨਾਲੂ ਲੋਕ ਜਿਹੜੇ ਹੈ ਨਾ, ਉਹ ਵੀ ਆਪਣਾ ਜਿਹੜਾ ਸੁਭਾਅ ਹੈ ਉਹ ਨਹੀਂ ਛੱਡਦੇ। ਤੇ ਸਤਿਗੁਰੂ ਜੀ ਆਖਦੇ ਨੇ ਜਦੋਂ ਫਿਰ ਐਸੇ ਲੋਕਾਂ ਦੇ ਮੱਤ ਤੇ ਪੜਦਾ ਪੈਂਦਾ ਹੈ, ਫਿਰ ਉਹ ਕੈਸੇ ਕੰਮ ਕਰਦੇ ਨੇ, ਇਸ ਤਰ੍ਹਾਂ ਵਿਸ਼ੇ ਵਿਕਾਰ ਭੋਗਦੇ ਨੇ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰੇ ਜੋਹ ਨਾ ਚੁਕੈ। ਤੇ ਸਤਿਗੁਰੂ ਜੀ ਆਖਦੇ ਨੇ ਐਸੇ ਕਾਮੀ ਜਿਹੜੇ ਲੋਕ ਹੁੰਦੇ ਆ ਨਾ, ਜਿਹੜੇ ਮਨੁੱਖ ਜਿੰਨੇ ਮਰਜ਼ੀ ਵਿਸ਼ੇ ਵਿਕਾਰ ਭੋਗ ਲੈਣ, ਪਰ ਕਾਮ ਦੀ ਪੂਰਤੀ ਜਿਹੜੀ ਹੈ ਨਾ ਉਹ ਜਿਵੇਂ ਨਹੀਂ ਹੁੰਦੀ। ਪਰਾਈਆਂ ਇਸਤਰੀਆਂ ਨੂੰ ਪਰਾਏ ਘਰ ਦੇ ਅੰਦਰ ਜਿਹੜਾ ਹੈ ਉਹ ਉਹਨਾਂ ਦੀ ਜਿਹੜਾ ਧਿਆਨ ਰਹਿੰਦਾ ਹੈ। ਜਿਵੇਂ ਇਤਿਹਾਸ ਦੇ ਅੰਦਰ ਸਾਧ ਸੰਗਤ ਜੀ ਬੜਾ ਸਾਡਾ ਇਤਿਹਾਸ ਮੋਲਕ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਆਇਆ ਨਾ, ਤੇ ਆਪਾਂ ਸਾਰੇ ਜਾਣਦੇ, ਇੱਕ ਵਾਰ ਉਹਨਾਂ ਨੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਮੁਗਲਾਂ ਦੀਆਂ ਜੜ੍ਹਾਂ ਜਿਹੜੀਆਂ ਸੀ ਉਹ ਪੁੱਟ ਦਿੱਤੀਆਂ, ਸਰਹੰਦ ਉੱਤੇ ਵੀ ਕਬਜ਼ਾ ਕਰ ਲਿਆ, ਪੂਰੇ ਪੰਜਾਬ ਦੀ ਧਰਤੀ ਤੇ ਕਬਜ਼ਾ ਹੋ ਗਿਆ। ਤੇ ਜਦੋਂ ਫਿਰ ਕੁਝ ਕਾਰਨਾਂ ਦੇ ਕਾਰਨ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਉੱਥੇ ਘੇਰਾ ਪਾ ਲਿਆ। ਇੱਕ ਤੇ ਘੇਰਾ 7-8 ਮਹੀਨੇ ਜਿਹੜਾ ਦਸ਼ਮੇਸ਼ ਪਿਤਾ ਜੀ ਦੇ ਸਮੇਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪਾਇਆ ਸੀ ਨਾ, ਐਸਾ ਹੀ ਘੇਰਾ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਪਕੜਿਆ ਗਿਆ ਨਾ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ, ਉਦੋਂ ਵੀ 8 ਮਹੀਨੇ ਘੇਰਾ ਪਾਈ ਰੱਖਿਆ ਗੁਰਦਾਸ ਨੰਗਲ ਦੀ ਗੜੀ ਨੂੰ। ਤੇ ਅੰਦਰ ਜਿਹੜੇ ਸਿੰਘ ਸੀ ਉਹਨਾਂ ਦੀ 500 ਦੇ ਕਰੀਬ ਗਿਣਤੀ ਸੀ ਉਸ ਸਮੇਂ। ਤੇ ਉਸ ਸਮੇਂ 8 ਮਹੀਨਿਆਂ ਤੋਂ ਬਾਅਦ ਦੇ ਵਿੱਚ ਜਦੋਂ ਸਿੰਘਾਂ ਦੇ ਕੋਲ ਖਾਣ ਪੀਣ ਵਾਸਤੇ ਕੋਈ ਵਸਤੂ ਨਾ ਰਹਿ ਗਈ, ਰੁੱਖਾਂ ਦੀਆਂ ਲੱਕੜ ਜਿਹੜੀਆਂ ਛਿੱਲਾਂ ਤੱਕ ਸੀ ਨਾ ਉਹ ਲਾ ਲਾ ਕੇ ਪੱਤੇ ਵੀ ਸਾਰੇ ਖਾ ਲਏ, ਟਹਿਣੀਆਂ ਵੀ ਜਿਹੜੀਆਂ ਸੀ ਉਹ ਵੀ ਸਾਰੀਆਂ ਖਾ ਲਈਆਂ, ਜਿੰਨਾ ਕੁਝ ਉਹਨਾਂ ਨੂੰ ਖਾਧਾ ਗਿਆ। 8 ਮਹੀਨੇ ਦਾ ਸਮਾਂ ਗੁਜ਼ਰ ਗਿਆ। ਫਿਰ ਇਵੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਬਾਬਾ ਬਘੇਲ ਸਿੰਘ ਜੀ ਹੋਣਾ ਨੇ ਫਿਰ ਆਪ ਦੇ ਵਿੱਚ ਵਿਚਾਰ ਕੀਤੀ ਤੇ ਗਲੀ ਨੂੰ ਛੱਡਣ ਦਾ ਜਿਹੜਾ ਮਨ ਬਣਾਇਆ। ਤੇ ਉਸ ਸਮੇਂ ਫਿਰ ਸਿੰਘਾਂ ਦੇ ਕੋਲ ਭੁੱਖੇ ਭਾਣੇ 8 ਮਹੀਨਿਆਂ ਤੋਂ ਕੁਝ ਖਾਣ ਨੂੰ ਨਹੀਂ ਸੀ, ਨਾ ਪਾਣੀ ਤੱਕ ਪੀਣ ਨੂੰ ਰਹਿ ਗਿਆ ਸੀ। ਬੜੇ ਉਸ ਦੇ ਮਾੜੇ ਹਾਲਾਤ ਹੋ ਗਏ। ਸਿੰਘਾਂ ਨੂੰ ਕਾਬੂ ਕਰ ਲਿਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਕੜ ਲਿਆ ਗਿਆ। ਤੇ ਉਸ ਸਮੇਂ ਇਹਨਾਂ ਸਾਰੇ ਸਿੰਘਾਂ ਨੂੰ ਬੰਦੀ ਬਣਾ ਕੇ ਦਿੱਲੀ ਵਿਖੇ ਲਿਜਾਣਾ ਸੀ। ਲਿਜਾਂਦਿਆਂ ਜਾਂਦਿਆਂ ਰਾਸਤੇ ਦੇ ਵਿੱਚੋਂ 200 ਸਿੰਘ ਹੋਰ ਇਕੱਠੇ ਹੋਏ ਤੇ ਪੂਰੀ ਗਿਣਤੀ 700 ਹੋ ਗਈ।
ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਬੀਬੀ ਸ਼ਰਨ ਕੌਰ ਜੀ, ਜਿਨ੍ਹਾਂ ਦਾ ਇਤਿਹਾਸ ਦੇ ਅੰਦਰ ਬੜਾ ਵੱਡਾ ਅਮੋਲਕ ਇਤਿਹਾਸ ਹੈ, ਬੜਾ ਹੀ ਜੀਵਨ ਨੂੰ ਸੇਧ ਦੇਣ ਵਾਲਾ ਇਤਿਹਾਸ ਹੈ। ਤੇ ਉਸ ਸਮੇਂ ਜਿਹੜੇ ਇਹ ਮੁਗਲ ਸੀਗੇ ਨਾ, ਜੈਸੀ ਬਿਰਤੀ ਸਤਿਗੁਰੂ ਜੀ ਅੱਜ ਦੱਸ ਰਹੇ ਨਾ ਕਿ ਇਹਨਾਂ ਦੇ ਕੋਲ ਵੀ ਕਿਸੇ ਤਰ੍ਹਾਂ ਦੀਆਂ ਕੋਈ ਕਮੀਆਂ ਨਹੀਂ ਸੀ, ਸਾਰਾ ਸਹੂਲਤਾਂ ਸੀ ਇਹਨਾਂ ਦੇ ਕੋਲ, ਪਰ ਇਹਨਾਂ ਦੇ ਅੰਦਰ ਐਸੀ ਕਾਮ ਦੀ ਭਾਵਨਾ ਸੀ ਕਿ ਇਹਨਾਂ ਨੇ ਆਪਣੇ ਵੀ ਵਿਆਹ ਜਿਹੜੇ ਨੇ 7-8 ਤੇ ਆਪਣੇ ਜਿਹੜੇ ਵਿਆਹ ਰੀਤ ਦੇ ਅਨੁਸਾਰ ਕਰਾਏ ਹੁੰਦੇ ਸੀ। ਫਿਰ ਰਖੇਲਾਂ ਬੜੀਆਂ ਰੱਖੀਆਂ ਹੁੰਦੀਆਂ ਸੀ, ਜਿਹੜੇ ਵੀ ਇਹਨਾਂ ਨੂੰ ਇਸਤਰੀ ਚੰਗੀ ਲੱਗਦੀ ਉਹ ਬੰਦੀ ਬਣਾ ਕੇ ਲੈ ਜਾਂਦੇ। ਤੇ ਹੁਣ ਇਹ ਜਿਹੜਾ ਉਸ ਸਮੇਂ ਫਰਖਸ਼ੀਰ ਨਾਮ ਦਾ ਜਿਹੜਾ ਬਾਦਸ਼ਾਹ ਸੀ ਨਾ ਦਿੱਲੀ ਦਾ, ਉਹ ਉਸ ਸਮੇਂ ਬੜਾ ਐਸਾ ਸਾਰਾ ਦਿਨ ਸ਼ਰਾਬ ਪੀਂਦੇ ਰਹਿਣਾ, ਵਿਸ਼ੇ ਭੋਗਦੇ ਰਹਿਣਾ। ਤੇ ਜਦੋਂ ਉਸਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਿੰਘਣੀ ਨੂੰ ਦੇਖਿਆ ਤੇ ਉਹਦਾ ਮਨ ਜਿਹੜਾ ਸੀ ਉਹ ਕਾਮ ਦੇ ਨਾਲ ਅਧੀਨ ਹੋ ਗਿਆ। ਤੇ ਉਸਨੇ ਬੀਬੀ ਸ਼ਰਨ ਕੌਰ ਜੀ ਨੂੰ ਵੀ ਆਪਣੇ ਮਹਿਰਮ ਦੇ ਵਿੱਚ, ਜਿੱਥੇ ਹੋਰ ਬੜੀਆਂ ਉਸ ਸਮੇਂ ਸਿੰਘਣੀਆਂ ਵੀ ਸੀ, ਬੜੇ ਵੱਡੇ ਰਾਜਿਆਂ ਦੀਆਂ ਸ਼ਹਿਜ਼ਾਦੀਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਤੁਸੀਂ ਆਪਣਾ ਹਿੰਦੂ ਧਰਮ ਛੱਡੋ, ਆਪਣਾ ਸਿੱਖ ਧਰਮ ਛੱਡੋ ਤੇ ਤੁਸੀਂ ਜਿਹੜਾ ਹੈ ਉਹ ਇਸਲਾਮ ਕਬੂਲ ਕਰੋ ਤੇ ਸਾਡੇ ਨਾਲ ਨਿਕਾਹ ਕਰੋ। ਬੜੇ ਉਸ ਸਮੇਂ ਲਾਲਚ ਦਿੱਤੇ ਜਾਂਦੇ ਸੀ। ਜਿਹੜੀਆਂ ਵੀ ਉਸ ਵੇਲੇ ਉਹਨਾਂ ਨੂੰ ਬੱਚੀਆਂ ਮਿਲਦੀਆਂ ਸੀ ਉਹਨਾਂ ਨੂੰ ਉਸੇ ਵੇਲੇ ਉਠਾ ਕੇ ਲੈ ਜਾਂਦੇ, ਬੰਦੀ ਬਣਾ ਕੇ ਰੱਖਦੇ। ਇਵੇਂ ਹੁਣ ਬੀਬੀ ਸ਼ਰਨ ਕੌਰ ਜੀ ਨੂੰ ਵੀ ਉਸ ਸਮੇਂ ਬੰਦੀ ਬਣਾਇਆ ਗਿਆ ਤੇ ਉਸ ਸਮੇਂ ਬੜੇ ਲਾਲਚ ਦਿੱਤੇ ਗਏ। ਤੇ ਉਹ ਸਮਾਂ ਆ ਗਿਆ ਜਦੋਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਪੁੱਤਰ ਬਾਬਾ ਅਜੈ ਸਿੰਘ ਜੀ ਦੀ ਸ਼ਹੀਦੀ ਕਰਨੀ ਸੀ। ਤੇ ਮਾਤਾ ਸ਼ਰਨ ਕੌਰ ਜੀ ਨੂੰ ਉਸ ਸਮੇਂ ਸੁਨੇਹਾ ਭੇਜ ਦਿੱਤਾ ਗਿਆ ਕਿ ਸ਼ਾਇਦ ਇਹ ਮਾਂ ਜਿਹੜੀ ਹੈ ਆਪਣੇ ਪੁੱਤਰ ਨੂੰ, ਛੋਟੇ ਜਿਹੇ ਪੁੱਤਰ ਨੂੰ, 2 ਸਾਲ ਦੀ ਉਮਰ ਸੀ ਅਜੇ ਬਾਬਾ ਅਜੈ ਸਿੰਘ ਜੀ ਦੀ, ਕਿ ਸ਼ਾਇਦ ਆਪਣੇ ਛੋਟੇ ਜਿਹੇ ਪੁੱਤਰ ਨੂੰ ਦੇਖ ਕੇ ਇਹ ਡੋਲ ਜਾਵੇਗੀ, ਸਾਡੀ ਅਧੀਨਤਾ ਕਬੂਲ ਕਰ ਲਵੇਗੀ। ਤੇ ਉਸ ਸਮੇਂ ਸੁਨੇਹਾ ਭੇਜਿਆ ਕਿ ਜੇ ਤੇ ਤੁਸੀਂ ਸਾਡੀ ਗੱਲ ਮੰਨ ਲਵੋ ਤਾਂ ਠੀਕ ਹੈ, ਨਹੀਂ ਤੇ ਤੁਹਾਡੇ ਪਤੀ ਦੇ ਨਾਲ ਹੀ ਤੁਹਾਡੇ 2 ਸਾਲ ਦੇ ਪੁੱਤਰ ਨੂੰ ਵੀ ਜਿਹੜਾ ਹੈ ਉਹ ਸ਼ਹੀਦ ਕਰ ਦਿੱਤਾ ਜਾਵੇਗਾ। ਫਿਰ ਬੀਬੀ ਸ਼ਰਨ ਕੌਰ ਜੀ ਅਜੇ ਵੀ ਨਾ ਡੋਲੇ, ਆਪਣੇ ਪਤੀ ਵਰਤਾ ਧਰਮ ਦੇ ਵਿੱਚ ਸਿੱਖੀ ਸਿਧਾਂਤਾਂ ਦੇ ਅਨੁਸਾਰ ਪੂਰਨ ਤੌਰ ਤੇ ਪਰਿਪੱਕ ਰਹੇ, ਈਨ ਨਾ ਮੰਨੀ। ਤੇ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਲੱਗੇ ਤੇ ਪਹਿਲਾਂ ਉਹਨਾਂ ਦੇ ਕੋਲੋਂ ਉਹਨਾਂ ਦੇ ਹੱਥੀਂ ਹੀ ਉਹਨਾਂ ਦੇ ਛੋਟੇ ਪੁੱਤਰ ਦੇ ਦਿਲ ਨੂੰ, ਕਲੇਜੇ ਨੂੰ ਕੱਢਿਆ ਗਿਆ ਖੰਜਰ ਦੇ ਨਾਲ। ਤੇ ਸਾਧ ਸੰਗਤ ਜੀ ਉਸ ਸਮੇਂ ਬਾਬਾ ਅਜੈ ਸਿੰਘ ਦਾ ਸਿਰ ਕਲਮ ਕਰਕੇ ਨਾ, ਸਿਰ ਕੱਟ ਕੇ ਤੇ ਇਹ ਸਿਰ ਜਿਹੜਾ ਬੀਬੀ ਸ਼ਰਨ ਕੌਰ ਜੀ ਨੂੰ ਭੇਜ ਦਿੱਤਾ ਕਿ ਆਹ ਹਾਲ ਤੇਰੇ ਬੱਚੇ ਦਾ ਕੀਤਾ ਹੈ ਕਿ ਸ਼ਾਇਦ ਹੋਣੀ ਇਹਦੀ ਮਮਤਾ ਟੁੱਟ ਜਾਵੇਗੀ, ਦੁਖੀ ਹੋ ਜਾਵੇਗੀ। ਪਰ ਸਾਧ ਸੰਗਤ ਜੀ ਉਸ ਸਮੇਂ ਜਿਹੜੇ ਸਾਡੇ ਸਿੰਘ ਸਨ ਨਾ, ਸਾਡੇ ਵੱਡੇ ਵਡੇਰੇ, ਸਾਡੀਆਂ ਬੀਬੀਆਂ ਸੀ, ਉਹ ਜਦੋਂ ਵੀ ਸ਼ਹਾਦਤ ਦਾ ਸਮਾਂ ਹੁੰਦਾ ਸੀ ਨਾ ਤਾਂ ਆਪਣੇ ਪੁੱਤਰਾਂ ਨੂੰ ਵੀ ਸਮਾਂ ਥਾਪੜਾ ਦੇ ਕੇ ਘਲਾਉਂਦੀਆਂ ਸੀ ਕਿ ਬੇਸ਼ੱਕ ਭਾਵੇਂ ਤੈਨੂੰ ਸ਼ਹਾਦਤ ਦੇਣੀ ਪਵੇ, ਜਾਨ ਦੇਣੀ ਪਵੇ, ਪਰ ਧਰਮ ਤੋਂ ਡੋਲਣਾ ਨਹੀਂ। ਉਹ ਬੀਬੀਆਂ ਇਕੱਲਾ ਥਾਪੜਾ ਹੀ ਨਹੀਂ ਆਪਣੇ ਪੁੱਤਰਾਂ ਨੂੰ ਦਿੰਦੀਆਂ ਸੀ, ਆਪ ਖੁਦ ਵੀ ਉਹ ਜੰਗਜੂ ਮੈਦਾਨ ਦੇ ਵਿੱਚ ਨਿਤਰਦੀਆਂ ਸੀ। ਉਸ ਸਮੇਂ ਬੀਬੀ ਸ਼ਰਨ ਕੌਰ ਜੀ ਨਾ ਡੋਲੇ, ਉਹ ਅਜੇ ਵੀ ਅਡੋਲ ਨੇ। ਤੇ ਫਿਰ ਸਮਾਂ ਆਇਆ ਜਦੋਂ ਸਾਰੇ ਇਹਨਾਂ ਨੇ ਲਾਲਚ ਦਿੱਤੇ, ਕੋਈ ਵੀ ਜਿਹੜਾ ਹਥਿਆਰ ਇਹਨਾਂ ਦਾ ਨਾ ਚੱਲਿਆ ਨਾ, ਫਿਰ ਫਰਖਸ਼ੀਰ ਬਾਦਸ਼ਾਹ ਨੇ ਉਸ ਸਮੇਂ ਜਬਰਨ ਹੀ ਬੀਬੀ ਸ਼ਰਨ ਕੌਰ ਜੀ ਦੇ ਨਾਲ ਨਿਕਾਹ ਕਰਨ ਦੀ ਜਿਹੜੀ ਸਾਰੀ ਤਿਆਰੀ ਕਰ ਲਈ। ਤੇ ਜੇ ਸਮੇਂ ਫਿਰ ਨਿਕਾਹ ਕਰਨ ਲੱਗੇ ਨਾ ਤੇ ਉਸ ਸਮੇਂ ਫਿਰ ਬੀਬੀ ਸ਼ਰਨ ਕੌਰ ਨੂੰ ਜਦੋਂ ਲਿਆਂਦਾ ਗਿਆ, ਜਿੱਥੇ ਕਾਜੀ ਵੀ ਆ ਗਿਆ, ਵਿਆਹ ਜਦੋਂ ਪੜ੍ਹਨ ਲੱਗੇ ਤੇ ਉਸ ਸਮੇਂ ਬੀਬੀ ਸ਼ਰਨ ਕੌਰ ਜੀ ਨੇ ਜੋ ਉਸੇ ਨੇੜੇ ਇੱਕ ਸਿਪਾਹੀ ਖੜੋਤਾ, ਉਸ ਸਿਪਾਹੀ ਦੇ ਕੋਲੋਂ ਤਲਵਾਰ ਖਿੱਚ ਕੇ ਤੇ ਉਸ ਸਮੇਂ ਫਰਖਸ਼ੀਰ ਬਾਦਸ਼ਾਹ ਦੇ ਉੱਤੇ ਹਮਲਾ ਕਰ ਦਿੱਤਾ। ਪਰ ਉਹ ਥੋੜ੍ਹੀ ਦੂਰ ਹੋਣ ਦੇ ਕਾਰਨ ਬੀਬੀ ਸ਼ਰਨ ਕੌਰ ਜੀ ਅਜੇ ਉਸ ਤੱਕ ਪਹੁੰਚ ਨਹੀਂ ਸਕੇ ਸੀ ਤੇ ਪਹਿਲਾਂ ਹੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਤਰ੍ਹਾਂ ਇਹ ਇਕੱਲਾ ਬੀਬੀ ਸ਼ਰਨ ਕੌਰ ਜੀ ਦਾ ਇਤਿਹਾਸ ਨਹੀਂ, ਸਾਡੇ ਇਸ ਸਮੇਂ ਜਦੋਂ ਇਹ ਮਿਸਲਾਂ ਦਾ ਸਮਾਂ ਸੀ ਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਦਾ ਸਮਾਂ, ਪਤਾ ਨਹੀਂ ਕਿੰਨੀਆਂ ਕੁ ਸਿੱਖ ਬੀਬੀਆਂ ਹੋਈਆਂ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਹਾਲਾਤ ਦੇਖਣੇ ਪਏ ਨੇ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਤੇ ਜਿਹੜੀਆਂ ਬੀਬੀਆਂ ਸੀ ਉਹ ਸਨਾਤਨ ਧਰਮ ਦੀਆਂ ਸੀ। ਜਦੋਂ ਬਹੁ ਬੇਟੀਆਂ ਉਠਾ ਕੇ ਲੈ ਜਾਂਦੇ ਸੀ
ਤੇ ਸਿੰਘ ਫੇਰ ਛੁਡਾ ਕੇ ਲਿਆਉਂਦੇ ਸੀ ਨਾ, ਤੇ ਕਈ ਤੇ ਉਹਨਾਂ ਨੂੰ ਆਪਣੇ ਘਰ ਦੁਆਰਾ ਰੱਖਣ ਤੋਂ ਹੀ ਮਨਾ ਕਰ ਦਿੰਦੇ ਸੀ। ਤੇ ਉਹ ਫਿਰ ਬੀਬੀਆਂ ਸਿੰਘਾਂ ਦੇ ਜਥੇ ਦੇ ਸ਼ਾਮਲ ਹੋ ਜਾਂਦੀਆਂ, ਅੰਮ੍ਰਿਤ ਛਕਦੀਆਂ, ਗੁਰੂ ਵਾਲੀਆਂ ਬਣ ਜਾਂਦੀਆਂ। ਇਸ ਤਰੀਕੇ ਦੇ ਨਾਲ ਜਿਹੜੇ ਇਹ ਉਸ ਸਮੇਂ ਬਾਦਸ਼ਾਹ ਹੋਏ ਨਾ, ਇਹ ਇਕੱਲਾ ਖਰਸ਼ਿਦ ਬਾਦਸ਼ਾਹ ਦੇ ਹਾਲਾਤ ਨਹੀਂ ਸੀ। ਇਸ ਤੋਂ ਬਾਅਦ ਦੇ ਵਿੱਚ ਵੀ ਰੰਗੀਲਾ ਆਇਆ, ਹੋਰ ਬੜੇ ਬਾਦਸ਼ਾਹ ਆਏ। ਇਹਨਾਂ ਸਾਰਿਆਂ ਦੇ ਅੰਦਰ ਹੀ ਇਹਦੇ ਵਿਸ਼ੇ ਵਿਕਾਰ ਭੋਗਣ ਦੀ ਸੀ ਭਾਵਨਾ ਨਾ, ਉਹ ਬੜੀ ਸਿਖਰ 'ਤੇ ਰਹੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਕਿ ਜਦੋਂ ਬੰਦਾ ਇਹਨਾਂ ਰਾਜ ਭਾਗ, ਧਨ ਦੌਲਤ, ਤ੍ਰਿਸ਼ਨਾ ਦੇ ਅਧੀਨ, ਮਾਇਆ ਦੇ ਪ੍ਰਭਾਵ ਦੇ ਹੇਠ ਆ ਜਾਂਦਾ ਹੈ ਨਾ, ਉਸ ਸਮੇਂ ਇਹਦੇ ਮਨ ਤੇ ਮਾਇਆ ਐਸਾ ਪ੍ਰਭਾਵ ਪਾਉਂਦੀ ਹੈ, ਫਿਰ ਵਿਸ਼ੇ ਵਿਕਾਰ ਐਸੇ ਭੋਗਦੇ ਨੇ ਕਿ ਇਹਨਾਂ ਨੂੰ ਫਿਰ ਕੋਈ ਸੋਝੀ ਨਹੀਂ ਰਹਿੰਦੀ। ਫਿਰ ਇਹ ਪਰਾਈਆਂ ਇਸਤਰੀਆਂ, ਪਰਾਏ ਧਨ ਦੇ ਉੱਤੇ ਵੀ ਜਿਹੜਾ ਹੈ ਇਹਨਾਂ ਨੂੰ ਉਸ ਸਮੇਂ ਜਿਹੜਾ ਹੈ ਇਹਨਾਂ ਦੇ ਮਨ ਤੇ ਐਸਾ ਪਰਦਾ ਪਾਉਂਦਾ ਹੈ, ਉਸਦੇ ਬਾਰੇ ਵੀ ਇਹ ਕੁਝ ਸੋਚਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਅੱਗੇ ਬਖਸ਼ੀ ਕਰਦੇ ਨੇ ਕਿ ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੂਕੈ। ਤੇ ਸਤਿਗੁਰੂ ਜੀ ਆਖਦੇ ਨੇ ਐਸੇ ਵਿਸ਼ੇ ਵਿਕਾਰ ਜਿਹੜੇ ਇਹ ਭੋਗਦੇ ਆ ਨਾ ਲੋਕ, ਇਹ ਦੁੱਖ ਵੀ ਬੜਾ ਸਹਿੰਦੇ ਨੇ, ਇਹਨਾਂ ਨੂੰ ਦੁੱਖ ਵੀ ਬੜੇ ਮਿਲਦੇ ਨੇ, ਫਿਰ ਪਛਤਾਵਾ ਵੀ ਹੁੰਦਾ ਹੈ, ਸੋਗ ਵੀ ਹੁੰਦਾ ਹੈ। ਪਰ ਇਹ ਲੋਭ ਦੇ ਕਾਰਨ ਸਾਰਾ ਸਮਾਂ ਜਿਹੜਾ ਸਾਰੀ ਜ਼ਿੰਦਗੀ ਹੈ ਉਹ ਦੁੱਖ ਦੇ ਵਿੱਚ ਹੀ ਬਤੀਤ ਕਰ ਜਾਂਦੇ ਨੇ, ਪਛਤਾਉਂਦੇ ਰਹਿੰਦੇ ਨੇ। ਪਰ ਇਹ ਕੁੱਤੇ ਦੇ ਸੁਭਾਅ ਵਾਲੇ ਜਿਹੜੇ ਲੋਕ ਨਾ, ਇਹ ਦੁੱਖ ਭੋਗਦਿਆਂ ਹੋਇਆਂ ਵੀ ਜਿੰਨੀ ਦੇਰ ਤੱਕ ਇਹ ਉਸ ਪਰਮਾਤਮਾ ਦਾ ਨਾਮ ਨਹੀਂ ਨਾ ਜਪਦੇ, ਉਨੀ ਦੇਰ ਤੱਕ ਮਾਇਆ ਦੇ ਵਿੱਚ ਮਸਤ ਹੋਏ ਇਹਨਾਂ ਵਿਸ਼ਿਆਂ ਵਿਕਾਰਾਂ ਨੂੰ ਭੋਗਦੇ ਹਨ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਤੇ ਸਤਿਗੁਰੂ ਜੀ ਆਖਦੇ ਨੇ ਉਸ ਹਰੀ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਐਸੇ ਵਿਸ਼ੇ ਵਿਕਾਰ ਭੋਗ ਕੇ ਜਿਹੜੇ ਲੋਕ ਮੈਂ ਸੁੱਕ ਗਏ ਸੀ, ਜਿਹੜੇ ਇਹਨਾਂ ਦੁੱਖਾਂ ਦੇ ਕਾਰਨ, ਸਤਿਗੁਰੂ ਜੀ ਆਖਦੇ ਕਿ ਐਸੇ ਲੋਕ ਗੁਰੂ ਦੀ ਸ਼ਰਨ ਵਿੱਚ ਆ ਜਾਣ ਨਾ, ਤੇ ਉਹ ਹਰੀ ਅਕਾਲ ਪੁਰਖ ਪਰਮਾਤਮਾ ਦਾ ਨਾਮ ਐਸੇ ਸੁੱਕੇ ਸੜੇ ਤ੍ਰਿਸ਼ਨਾ ਦੇ ਨਾਲ ਸੜੇ ਬੜੇ ਹਿਰਦਿਆਂ ਨੂੰ ਵੀ ਹਰਿਆਂ ਭਰਿਆਂ ਕਰਨ ਵਾਲਾ ਜਿਹੜਾ ਉਹ ਪਰਮਾਤਮਾ ਦਾ ਨਾਮ ਹੈ ਨਾ, ਉਹ ਬੜਾ ਅਪਾਰ ਹੈ, ਬੜਾ ਅਮੋਲ ਹੈ। ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਅੰਮ੍ਰਿਤ ਰੂਪੀ ਇੱਕੋ ਇੱਕ ਨਾਮ ਹੈ, ਜਿਹੜਾ ਸਾਰਿਆਂ ਤੋਂ ਵੱਡਿਆਂ ਤੋਂ ਵੱਡਾ ਖਜ਼ਾਨਾ ਹੈ। ਆਪਾਂ ਹਰ ਅਰਦਾਸ ਵਿੱਚ ਪੜ੍ਹਦੇ ਨਾ, ਦਾਨਾ ਕੈ ਸਰਦਾਨ ਨਾਮ ਦਾ, ਜਿਹੜਾ ਨਾਮ ਦਾ ਦਾਨ ਹੈ ਨਾ, ਇਹ ਸਾਰਿਆਂ ਤੋਂ ਵੱਡਾ ਦਾਨ ਹੈ, ਸਾਰਿਆਂ ਤੋਂ ਵੱਡਾ ਖਜ਼ਾਨਾ ਹੈ। ਤੇ ਸਤਿਗੁਰੂ ਜੀ ਆਖਦੇ ਨੇ ਕਿ ਇਹ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਨਾ, ਇਹ ਹੀ ਬੰਦੇ ਦੇ ਅੰਦਰੋਂ ਐਸੀ ਮਾਇਆ, ਐਸੇ ਵਿਸ਼ੇ ਵਿਕਾਰ ਜਿਹੜੇ ਹੈ ਇਹਨਾਂ ਨੂੰ ਖਤਮ ਕਰਕੇ ਸੋਝੀ ਦੇਣ ਵਾਲਾ ਹੈ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਤੇ ਸਤਿਗੁਰੂ ਜੀ ਵਾਸੀ ਕਰਦੇ ਨੇ ਕਿ ਫਿਰ ਜਿਹੜੇ ਲੋਕਾਂ ਨੂੰ, ਜਿਹੜੇ ਜੀਵਾਂ ਨੂੰ, ਜਿਹੜੇ ਐਸੇ ਮਾਇਆ ਦੇ ਵਿੱਚ ਮਸਤ ਹੋਏ ਬੰਦੇ ਜਦੋਂ ਇਸ ਨਾਮ ਨੂੰ ਜਪਦੇ ਹੈ ਨਾ, ਫਿਰ ਉਹਨਾਂ ਨੂੰ ਸੋਝੀ ਆਉਂਦੀ ਹੈ, ਫਿਰ ਉਹਨਾਂ ਉੱਤੇ ਐਸੀ ਕਿਰਪਾ ਵਰਤਦੀ ਹੈ ਕਿ ਉਹਨਾਂ ਨੂੰ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਆ ਜਾਂਦਾ ਹੈ, ਆਨੰਦ ਬਖਸ਼ਿਸ਼ ਹੁੰਦਾ ਹੈ। ਤੇ ਸਤਿਗੁਰੂ ਜੀ ਆਪ ਨੇ ਐਸਾ ਸੁੱਖ, ਐਸੇ ਆਨੰਦ ਜਿਹੜੇ ਹੈ ਨਾ, ਜਿਹੜੇ ਆਨੰਦ ਜਿਨ੍ਹਾਂ ਨੇ ਜਾਣੇ ਨੇ, ਸੰਤਨ ਕਹਿ, ਜਿਹੜੇ ਸਾਧੂਆਂ ਸੰਤਾਂ ਮਹਾਤਮਾ ਨੇ, ਜਿਨ੍ਹਾਂ ਵੀ ਬੰਦਿਆਂ ਨੇ ਉਹ ਪਰਮਾਤਮਾ ਦਾ ਸਿਮਰਨ ਕੀਤਾ, ਬਾਣੀ ਪੜ੍ਹੀ, ਸੇਵਾ ਕੀਤੀ, ਤੇ ਸਤਿਗੁਰੂ ਜੀ ਆਪ ਨੇ ਫਿਰ ਉਹਨਾਂ ਨੂੰ ਸੋਝੀ ਆਉਂਦੀ ਹੈ, ਉਹਨਾਂ ਨੂੰ ਗਿਆਨ ਆਉਂਦਾ ਹੈ, ਉਹਨਾਂ ਨੂੰ ਫਿਰ ਇਹ ਮਾਇਆ ਤੋਂ ਕਿਵੇਂ ਬਚਣਾ ਹੈ, ਇਹ ਮਾਇਆ ਤੋਂ ਕਿਵੇਂ ਪਾਰ ਹੋਣਾ ਹੈ, ਇਹ ਗਿਆਨ, ਇਹ ਸਮਝ ਮਿਲਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਫਿਰ ਜਦੋਂ ਐਸੇ ਸੰਤ ਬਿਰਤੀ ਵਾਲੇ ਹੋ ਜਾਂਦੇ ਨੇ, ਜਿਹੜੇ ਆਪਣੇ ਆਪ ਨੂੰ ਸਾਧ ਲੈਂਦੇ ਨੇ, ਫਿਰ ਉਹਨਾਂ ਨੂੰ ਐਸੇ ਆਨੰਦ, ਜਿਹੜੇ ਵਿਸ਼ੇ ਵਿਕਾਰ ਹੋ ਕੇ ਦੁੱਖ ਪਾਉਂਦੇ ਰਹੇ ਨਾ, ਫਿਰ ਉਹ ਕਿਧਰੇ ਰਹਿ ਜਾਂਦੇ ਨੇ। ਉਹਨਾਂ ਤੋਂ ਵੱਡੇ ਸਿਰਮੌਰ ਫਿਰ ਸਹਿਜ ਦੀ ਪ੍ਰਾਪਤੀ ਹੁੰਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਜੀ ਆਖਦੇ ਨੇ ਇਹ ਜਾਣਿਆ ਕਿੱਥੋਂ ਜਾਂਦਾ ਹੈ, ਇਹ ਮਿਲਦਾ ਕਿੱਥੋਂ? ਗੁਰ ਤੇ ਜਾਣਾ। ਇਹ ਕੇਵਲ ਤੇ ਕੇਵਲ ਗੁਰੂ ਦੇ ਕੋਲੋਂ ਜਾਣਿਆ ਜਾਂਦਾ ਹੈ, ਗੁਰੂ ਦੇ ਕੋਲ ਆਉਣ ਦੇ ਨਾਲ ਪਹਿਚਾਣ ਹੁੰਦੀ ਹੈ। ਜਿੰਨੀ ਦੇਰ ਤੱਕ ਗੁਰੂ ਦੇ ਕੋਲ ਨਾ ਗਏ, ਉਨੀ ਦੇਰ ਤੱਕ ਇਹ ਜਿਹੜਾ ਗਿਆਨ ਹੈ, ਇਹ ਸਮਝ ਨਹੀਂ ਆਉਂਦੀ। ਤੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ, ਉਹ ਫਿਰ ਭਾਵੇਂ ਜਿੱਡੇ ਵੱਡੇ ਮਰਜ਼ੀ ਭਗਤ ਜਨਕਰੀ ਵਰਗੇ, ਜਿੱਡੇ ਵੱਡਾ ਮਰਜ਼ੀ ਰਾਜ ਭਾਗ ਹੋਵੇ, ਭਾਵੇਂ ਸੋਨੇ ਦੇ ਬਰਤਨਾਂ ਦੇ ਪ੍ਰਸ਼ਾਦੇ ਛਕਣ ਵਾਲੇ ਸੀ,
ਭਗਤ ਜਨਕ ਵਰਗੇ ਜਿਨ੍ਹਾਂ ਨੇ ਇੰਨੇ ਵੱਡੇ ਰਾਜ ਭਾਗ ਵੀ ਜਿਹੜੇ ਨੇ ਭੋਗੇ ਨੇ, ਪਰ ਉਹਨਾਂ ਨੇ ਸਿਮਰਨ ਭਗਤੀ ਕਰਕੇ ਵੀ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਸਤਿਗੁਰੂ ਜੀ ਆਪ ਨੇ ਐਸਾ ਗਿਆਨ ਗੁਰੂ ਦੇ ਕੋਲੋਂ ਫਿਰ ਪ੍ਰਾਪਤ ਹੁੰਦਾ ਹੈ ਕਿ ਕਿਵੇਂ ਅਸੀਂ ਇਸ ਸੰਸਾਰ ਦੇ ਅੰਦਰ ਸੁੱਖ ਵੀ ਮੰਨਦੇ ਨੇ, ਸੁੱਖ ਮਾਣਦਿਆਂ ਹੋਇਆਂ, ਜੀਵਨ ਬਤੀਤ ਕਰਦਿਆਂ ਹੋਇਆਂ, ਆਨੰਦ ਮਾਣਦਿਆਂ ਹੋਇਆਂ ਕਿਵੇਂ ਉਹ ਪਰਮਾਤਮਾ ਦੀ ਪ੍ਰਾਪਤੀ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਇਸ ਤਰ੍ਹਾਂ ਸਤਿਗੁਰੂ ਜਿਹੜੇ ਉਹ ਪਰਮਾਤਮਾ ਟੁੱਟੇ ਹੋਏ ਮਾਇਆ ਦੇ ਅਧੀਨ ਲੋਕ ਰਹਿੰਦੇ ਨੇ, ਉਹ ਕਿਵੇਂ ਦੁੱਖ ਭੋਗਦੇ ਨੇ, ਉਹਨਾਂ ਦੇ ਬਾਰੇ ਸਤਿਗੁਰੂ ਨੇ ਅੱਜ ਦੇ ਫਰਮਾਨ ਰਾਹੀਂ ਸਾਨੂੰ ਸਮਝਾਇਆ ਹੈ। ਆਪਾਂ ਇਹ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਅਸੀਂ ਵੀ ਇਸ ਸੰਸਾਰ ਦੇ ਅੰਦਰ ਦੁੱਖਾਂ ਦੇ ਵਿੱਚ ਆਏ ਹਾਂ, ਕਿਰਪਾ ਕਰੋ ਸਤਿਗੁਰੂ ਜੀ, ਮਾਇਆ ਸਾਡੇ ਉੱਤੇ ਹੀ ਪ੍ਰਭਾਵ ਪਾਉਂਦੀ ਹੈ, ਸਾਨੂੰ ਇੰਨਾ ਕੁ ਬਲ ਉਦਮ ਬਖਸ਼ੀ ਕਰਿਓ ਕਿ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਉਂਦੇ ਰਹੀਏ। ਸਾਨੂੰ ਤੁਸੀਂ ਇੰਨੀ ਸਮਝ ਬਲ ਉਦਮ ਚਾਓ ਬਖਸ਼ਦੇ ਰਹੋ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਤੁਹਾਡਾ ਸੇਵਾ ਸਿਮਰਨ ਕਰਕੇ ਸਿਮਰਨ ਦੀਆਂ ਦਾਤਾਂ ਬਖਸ਼ੇ ਕਰਨੀਆਂ ਆਪਾਂ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੀ ਕਰਕੇ ਨਿਵਾਜਣ। ਸਤਿਗੁਰੂ ਜੀ ਕੀ ਬਾਣੀ ਕੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਮਾਫੀ ਬਖਸ਼ੀ ਕਰਨੀ। ਗੁਰੂ ਪਾਤਸ਼ਾਹ ਜੀ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਵਕਤ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੁਣ ਸਮਾਪਤੀ ਹੈ ਜੀ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜੇ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ